ਸ਼ਲੋਕ ਮਹਿਲਾ ਪੰਜਵਾਂ। ਰਹਿੰਦੇ ਖੋਂਦੇ ਨਿੰਦਕ ਮਾਰਿਆਂ, ਕਰ ਆਪੇ ਆਹਰ। ਸੰਤ ਸਹਾਈ ਨਾਨਕਾ, ਵਰਤੈ ਸਭ ਜ਼ਾਹਰ। ਮਹਿਲਾ ਪੰਜਵਾਂ। ਮੁੰਡੋਂ ਭੁਰਲੇ ਮੁੰਡ ਤੇ, ਕਿੱਥੇ ਪਾਇਨ ਹੱਥ। ਤਿੰਨੇ ਮਾਰੇ ਨਾਨਕਾ, ਜੇ ਕਰਨ ਕਾਰਨ ਸਮਰੱਥ। ਪੌੜੀ ਮਹਿਲਾ ਪੰਜਵਾਂ। ਲੈ ਫਾਹੇ ਰਾਤੀ ਤੁਰੈ, ਪ੍ਰਭ ਜਾਣੈ ਪ੍ਰਾਣੀ। ਤੱਕੈ ਨਾਰ ਪਰਾਈਆਂ, ਲੁਕ ਅੰਦਰ ਠਾਣੀ। ਸੰਨੀ ਦੇਨ ਵਿਖਮ ਥਾਏ, ਮਿੱਠਾ ਮਦ ਮਾਣੀ। ਕਰਮੀ ਆਪੋ ਆਪਣੀ, ਆਪੇ ਪਛਤਾਣੀ। ਅਜਰਾਈਲ ਫਰੇਸ਼ਤਾ, ਤਿਲ ਪੀੜੇ ਕਹਾਣੀ। ਸ਼ਲੋਕ ਮਹਿਲਾ ਪੰਜਵਾਂ। ਸੇਵਕ ਸੱਚੇ ਸ਼ਾਹ ਕੇ, ਸੇਈ ਪਰਵਾਨ। ਦੂਜਾ ਸੇਵਨ ਨਾਨਕਾ, ਸੇ ਪਚ ਪਚ ਮੋਏ ਅਜਾਨ। ਮਹਿਲਾ ਪੰਜਵਾਂ। ਜੋ ਤੁਰ ਲਿਖਿਆ ਲੇਖ ਪ੍ਰਭ, ਮੇਟਣਾ ਨਾ ਜਾਏ। ਰਾਮ ਨਾਮ ਧਨ ਵਖਰੋ, ਨਾਨਕ ਸਦਾ ਧਿਆਏ। ਪੌੜੀ ਮਹਿਲਾ ਪੰਜਵਾਂ। ਨਾਰਾਇਣ ਲਿਆ ਨ ਠੁੰਗੜਾ, ਪੈਰ ਕਿੱਥੇ ਰੱਖੇ। ਕਰਦਾ ਪਾਪ ਅਮਿਤਿਆ, ਨਿਤ ਵਿਸੋ ਚਖੈ। ਨਿੰਦਾ ਕਰਦਾ ਪਚਮੁਆ, ਵਿੱਚ ਦੇਹੀ ਭਖੈ। ਸੱਚੇ ਸਾਹਿਬ ਮਾਰਿਆ, ਕੌਣ ਤਿਸਨੂੰ ਰੱਖੈ। ਨਾਨਕ ਤੇ ਸ਼ਰਨਾਗਤੀ, ਜੋ ਪੁਰਖਿਆ ਰੱਖੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਧ ਸੰਗਤ ਜੀਓ, ਇਹਨਾਂ ਸ਼ਲੋਕਾਂ ਦੇ ਅੰਦਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਉਹਨਾਂ ਨਿੰਦਕਾਂ ਦਾ, ਜਿਹੜੇ ਦੂਜਿਆਂ ਦੀ ਨਿੰਦਿਆ ਕਰਕੇ ਆਪਣੇ ਸਿਰ ਭਾਰ ਲੈਂਦੇ ਨੇ, ਉਹਨਾਂ ਬਾਰੇ ਦੱਸਿਆ ਹੈ ਕਿ ਹੈ ਤਾਂ ਉਹ ਪੂਰਵਲੇ ਜਨਮ ਦੇ ਕੀਤੇ ਕਰਮਾਂ ਅਨੁਸਾਰ ਨਿੰਦਾ ਕਰਨ ਵਿੱਚ ਲੱਗੇ ਹੋਏ, ਪਰ ਇਸ ਨਿੰਦਾ ਦੀ ਭੈੜੀ ਆਦਤ ਦੇ ਕਾਰਨ ਰਹਿੰਦੇ ਖੋਂਦੇ ਨਿੰਦਕ ਮਾਰਿਆਂ। ਉਹਨਾਂ ਨਿੰਦਕਾਂ ਦੀ ਆਤਮਿਕ ਪਵਿੱਤਰਤਾ ਆਪ ਹੀ ਨਾਸ਼ ਹੋ ਜਾਂਦੀ। ਕਰੇ ਆਪੇ ਆਹਰ। ਆਪੇ ਹੀ ਪਰਮਾਤਮਾ ਨੇ ਐਸੀ ਖੇਡ ਰਚੀ ਹੈ ਕਿ ਉਦਮ ਕਰਕੇ ਉਹਨਾਂ ਨੂੰ ਐਸੀ ਨਿੰਦਾ ਵਾਲੇ ਪਾਸੇ ਲਾਇਆ ਕਿ ਉਹ ਨਿੰਦਾ ਕਰ ਕਰਕੇ ਆਪਣੇ ਸ਼ੁਭ ਗੁਣਾਂ ਨੂੰ ਖਤਮ ਕਰ ਲੈਂਦੇ। ਸੰਤ ਸਹਾਈ ਨਾਨਕਾ, ਵਰਤੈ ਸਭ ਜ਼ਾਹਰ। ਪਰ ਉਹ ਪਰਮਾਤਮਾ ਆਪਣੇ ਸੇਵਕਾਂ ਦਾ, ਭਗਤਾਂ ਦਾ, ਦਾਸਾਂ ਦਾ ਸਹਾਈ ਹੁੰਦਾ। ਨਾਨਕ ਜੀ ਫਰਮਾਉਂਦੇ ਨੇ, ਇਹ ਗੱਲ ਜ਼ਾਹਰ ਹੈ, ਇਹ ਕੋਈ ਲੁਕੀ ਛਿਪੀ ਨਹੀਂ। ਹਾਂ, ਕਈ ਲੋਕ ਸਵਾਲ ਕਰਦੇ ਨੇ, ਕਿਉਂ ਜੀ ਰੱਬ ਸਾਰਿਆਂ ਦਾ ਨਹੀਂ? ਮਾਰੇ ਕਹਿੰਦੇ ਰੱਬ ਤੇ ਸਾਰਿਆਂ ਦਾ। ਸਭ ਜੀ ਤੇਰੇ ਦਇਆਲਾ, ਆਪਣੇ ਭਗਤ ਕਰੈ ਪ੍ਰਤਪਾਲਾ। ਜੀਵ ਤੇ ਸਾਰੇ ਹੀ ਪਰਮਾਤਮਾ ਦੇ ਪੈਦਾ ਕੀਤੇ ਹੋਏ ਨੇ, ਪਰ ਜਿਹੜੇ ਉਸ ਨੂੰ ਮੰਨਦੇ ਹਨ ਕਿ ਉਹ ਸਾਡਾ ਹੈ ਜਾਂ ਅਸੀਂ ਉਸਦੇ ਹਾਂ, ਉਹਨਾਂ ਦੀ ਉਹ ਜ਼ਾਹਰ ਤੌਰ 'ਤੇ ਸਹਾਇਤਾ ਕਰ। ਮਹਿਲਾ ਪੰਜਵਾਂ। ਮੁੰਡੋਂ ਭੁਰਲੇ ਮੁੰਡ ਤੇ, ਕਿੱਥੇ ਪਾਇਨ ਹੱਥ। ਜਿਨ੍ਹਾਂ ਬਦਕਿਸਮਤਾਂ ਨੂੰ, ਖੋਟੀ ਕਿਸਮਤ ਵਾਲਿਆਂ ਨੂੰ ਪਰਮਾਤਮਾ ਨੇ ਮੁੱਢ ਤੋਂ ਭੁਲਾ ਦਿੱਤਾ। ਭਾਵ ਜਿਹੜੇ ਆਪਣੇ ਮਾਲਕ ਨੂੰ ਭੁੱਲ ਗਏ ਹਨ। ਮੁੰਡੋਂ ਭੁਰਲੇ ਮੁੰਡ ਤੇ। ਹੁਣ ਮੁੰਡੋਂ ਸ਼ਬਦ ਦਾ ਮਤਲਬ ਹੈ ਆਰੰਭ ਤੋਂ। ਜਿਹੜੇ ਭੁੱਲ ਗਏ ਹਨ ਉਸ ਆਪਣੇ ਮੁੱਢ ਪਰਮਾਤਮਾ ਤੋਂ, ਕਿੱਥੇ ਪਾਇਨ ਹੱਥ।
ਉਹਨਾਂ ਦਾ ਹੱਥ ਪੱਲਾ ਫਿਰ ਕਿਸੇ ਪਾਸੇ ਨਹੀਂ ਪੈਂਦਾ, ਭਾਵ ਉਹਨਾਂ ਦਾ ਬਚਾਓ ਨਹੀਂ ਹੋ ਸਕਦਾ। ਤਿੰਨੇ ਮਾਰੇ ਨਾਨਕਾ ਜੇ ਕਰਨ ਕਾਰਨ ਸਮਰੱਥ, ਤਿੰਨੇ ਉਹਨਾਂ ਨੂੰ ਪਰਮਾਤਮਾ ਨੇ ਆਪ ਹੀ ਖਤਮ ਕਰ ਦਿੱਤਾ। ਉਹ ਪਰਮਾਤਮਾ ਜੋ ਕਰਨ ਕਾਰਨ ਸਮਰੱਥ, ਜੋ ਸਾਰੇ ਕਾਰਨਾਂ ਦੇ ਕਰਨ ਵਾਲਾ। ਪੌੜੀ ਮਹਿਲਾ ਪੰਜਵਾਂ। ਹੁਣ ਇੱਥੇ ਧਿਆਨ ਰੱਖਣ ਦੀ ਲੋੜ ਹੈ ਕਿ ਆਮ ਪ੍ਰੇਮੀ ਪਾਠੀ ਪੁੱਛਦੇ ਨੇ, ਇਹਨੂੰ ਜੀ ਪੌੜੀ ਪੰਜਵੀਂ ਪੜ੍ਹੀਏ ਜਾਂ ਪੌੜੀ 5 ਪੜ੍ਹੀਏ? ਨਹੀਂ, ਇਹ ਸੇਧ ਮਿਲਦੀ ਹੈ ਕਿ ਇਸ ਦਾ ਉਚਾਰਨ ਪੌੜੀ ਮਹਿਲਾ ਪੰਜਵਾਂ। ਇਹਦੇ ਤੋਂ ਪਤਾ ਲੱਗਦਾ ਹੈ ਕਿ ਕੁਝ ਪੌੜੀਆਂ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਆਪ ਉਚਾਰਨ ਕੀਤੀਆਂ ਨੇ, ਕਿਉਂਕਿ ਵਾਰ ਹੈ ਚੌਥੇ ਪਾਤਸ਼ਾਹ ਦੀ। ਬਾਕੀ ਦੀਆਂ ਸਭੇ ਪੌੜੀਆਂ ਗੁਰੂ ਰਾਮਦਾਸ ਜੀ ਦੀਆਂ ਹਨ, ਪਰ ਮਹਾਰਾਜ ਨੇ ਚਲਦੇ ਹੋਏ ਪ੍ਰਕਰਨ ਨੂੰ ਖੋਲ੍ਹਣ ਵਾਸਤੇ ਆਪ ਇਹ ਪੌੜੀਆਂ ਰਚੀਆਂ ਨੇ। ਇਸ ਲਈ ਇਹਦਾ ਉਚਾਰਨ ਪੌੜੀ ਮਹਿਲਾ ਪੰਜਵਾਂ ਕਰਨਾ। ਪੰਜਵੇਂ ਪਾਤਸ਼ਾਹ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੀ ਹੋਈ ਪੌੜੀ। ਲੈ ਫਾਹੇ ਰਾਤੀ ਤੁਰੈ ਪ੍ਰਭ ਜਾਣ ਹੈ ਪ੍ਰਾਣੀ। ਆਖਿਆ ਜਿਹੜੇ ਬੰਦੇ ਫਾਹੇ ਲੈ ਕੇ, ਰੱਸੇ ਲੈ ਕੇ, ਕਮੰਦ ਲੈ ਕੇ ਰਾਤ ਨੂੰ ਤੁਰਦੇ ਹਨ, ਲੋਕਾਂ ਦੇ ਘਰ ਲੁੱਟਣ ਵਾਸਤੇ, ਲੋਕਾਂ ਦੇ ਘਰਾਂ ਦਾ ਮਾਲ ਚੁੱਕਣ ਵਾਸਤੇ, ਇਸ ਭਾਵਨਾ ਨਾਲ ਤੁਰਦੇ। ਪ੍ਰਭ ਜਾਣ ਹੈ ਪ੍ਰਾਣੀ, ਪ੍ਰਭੂ ਉਹਨਾਂ ਸਾਰੇ ਪ੍ਰਾਣੀਆਂ ਨੂੰ ਜਾਣਦਾ ਹੈ, ਉਹਨਾਂ ਦੇ ਅੰਦਰ ਦੀ ਗੱਲ ਨੂੰ ਸਮਝਦਾ। ਤੱਕੈ ਨਾਰ ਪਰਾਈਆਂ ਲੁਕ ਅੰਦਰ ਠਾਣੀ। ਉਹ ਫਿਰ ਦੂਜਿਆਂ ਦੀਆਂ ਇਸਤਰੀਆਂ ਨੂੰ ਭੈੜੀ ਨਜ਼ਰ ਨਾਲ ਤੱਕਦੇ ਹਨ। ਲੁਕ ਅੰਦਰ ਥਾਣੀ, ਭਾਵ ਲੁਕ ਲੁਕ ਕੇ ਭੈੜੀ ਨਿਗਾਹ ਦੇ ਨਾਲ ਪਰਾਈਆਂ ਇਸਤਰੀਆਂ ਵੱਲ ਤੱਕਦੇ ਹਨ। ਸੰਨੀ ਦੇਨ ਵਖਮ ਥਾਏ ਮਿੱਠਾ ਮਦ ਮਾਣੀ। ਆਖਿਆ ਫਿਰ ਔਖੀਆਂ ਥਾਵਾਂ 'ਤੇ ਜਾ ਕੇ ਸੰਨਾ ਦਿੰਦੇ ਨੇ। ਜਿਹੜਾ ਪਾੜ ਲਾਉਂਦੇ ਨਾ ਚੋਰ ਲੋਕ ਲੋਕਾਂ ਦੇ ਘਰਾਂ ਨੂੰ, ਉਹਨੂੰ ਸੰਨ ਲਾਉਣੀ ਕਹਿੰਦੇ। ਸੰਨੀ ਦੇਨ ਵਖਮ ਥਾਏ, ਇਹਦੇ ਨੰਨੇ ਥੱਲੇ ਥੋੜ੍ਹੀ ਜਿਹੀ ਲਕੀਰ ਲੱਗੀ ਹੋਈ ਹੈ। ਇਹਨੂੰ ਅਸੀਂ ਆਪਣੀ ਬੋਲੀ ਵਿੱਚ ਹਲੰਤ ਕਹਿੰਦੇ। ਇਹ ਹਾਹੇ ਅੱਖਰ ਦਾ ਚੌਥਾ ਹਿੱਸਾ ਹੈ ਸੰਨੀ। ਇਹਨੂੰ ਸੰਨੀ ਨਹੀਂ ਕਹਿਣਾ। ਸੰਨੀ ਦੇਨ ਵਖਮ ਥਾਏ, ਔਖੀਆਂ ਥਾਵਾਂ 'ਤੇ ਜਾ ਕੇ ਪਾੜ ਲਾਉਂਦੇ ਹਨ। ਮਿੱਠਾ ਮਦ ਮਾਣੀ, ਤੇ ਮਦ ਕਹਿੰਦੇ ਨੇ ਨਸ਼ੇ ਨੂੰ, ਸ਼ਰਾਬ ਨੂੰ ਮਿੱਠਾ ਜਾਣ ਕੇ ਪੀਂਦੇ ਹਨ, ਮਾਣਦੇ ਹਨ। ਕਰਮੀ ਆਪੋ ਆਪਣੀ ਆਪੇ ਪਛਤਾਣੀ। ਉਹ ਆਪਣੇ ਕੀਤੇ ਹੋਏ ਕਰਮਾਂ ਦਾ ਫਲ ਭੁਗਤਦੇ ਤੇ ਪਛਤਾਉਂਦੇ ਨੇ। ਭਾਵ ਪਰਮਾਤਮਾ ਕਿਸੇ ਨਾਲ ਕੋਈ ਬੇਇਨਸਾਫੀ ਜਾਂ ਵਧੀਕੀ ਨਹੀਂ ਕਰਦਾ। ਅਜਰਾਈਲ ਫਰਿਸ਼ਤਾ ਤਿਲ ਪੀੜੇ ਕਹਾਣੀ। ਆਖਿਆ ਜਿਹੜਾ ਕੋਈ ਮੌਤ ਦਾ ਫਰਿਸ਼ਤਾ, ਜਿਸ ਨੂੰ ਅਜਰਾਈਲ ਕਹਿੰਦੇ ਨੇ, ਉਹ ਫਿਰ ਇਹੋ ਜਿਹੇ ਪਾਪੀ ਬੰਦਿਆਂ ਨੂੰ ਕਰੜੀ ਤੋਂ ਕੜੀ ਸਜ਼ਾ ਦਿੰਦਾ। ਜਿਵੇਂ ਕਹਾਣੀ ਕੋਹਲੂ ਦੇ ਅੰਦਰ ਤਿਲ ਪੀੜੇ ਜਾਂਦੇ ਨੇ, ਇਸ ਤਰ੍ਹਾਂ ਪੀੜ ਪੀੜ ਕੇ ਉਹਨਾਂ ਦੇ ਕੀਤੇ ਕੰਮਾਂ ਦੀ ਸਜ਼ਾ ਦਿੰਦਾ। ਸ਼ਲੋਕ ਮਹਿਲਾ ਪੰਜਵਾਂ। ਸੇਵਕ ਸੱਚੇ ਸ਼ਾਹ ਕੇ ਸੇਈ ਪਰਵਾਨ। ਪਰ ਜਿਹੜੇ ਮਨੁੱਖ ਸੰਸਾਰ ਵਿੱਚ ਆ ਕੇ ਉਸ ਸੱਚੇ ਸ਼ਾਹ ਪਰਮਾਤਮਾ ਦੇ ਸੇਵਕ ਬਣ ਜਾਂਦੇ ਨੇ, ਉਹਦਾ ਸਿਮਰਨ ਕਰਦੇ ਨੇ, ਉਹਦੇ ਭੈ ਵਿੱਚ ਰਹਿੰਦੇ ਨੇ, ਉਹਦੀ ਆਗਿਆ ਵਿੱਚ ਚੱਲਦੇ ਨੇ, ਸੇਈ ਪਰਵਾਨ, ਉਹ ਪਰਮਾਤਮਾ ਦੀ ਦਰਗਾਹ ਵਿੱਚ ਕਬੂਲ ਪੈਂਦੇ ਹਨ। ਉਹਨਾਂ ਨੂੰ ਪਰਮਾਤਮਾ ਬੜਾ ਪਿਆਰ ਕਰਦਾ, ਸਨੇਹ ਦਿੰਦਾ। ਤੇ ਦੂਜਾ ਸੇਮਨ ਨਾਨਕਾ ਸੇ ਪਚ ਪਚ ਮੋਏ ਅਜਾਨ। ਤੇ ਜਿਹੜੇ ਉਸ ਸੱਚੇ ਸ਼ਾਹ ਨੂੰ ਛੱਡ ਕੇ ਹੋਰ ਪਾਸੇ ਭਟਕਦੇ ਫਿਰਦੇ, ਨਾਨਕ ਜੀ ਫਰਮਾਉਂਦੇ ਹਨ, ਸੇ ਪਚ ਪਚ ਮੋਏ ਅਜਾਨ। ਉਹ ਅਜਾਨ ਥੋੜ੍ਹੀ ਮੱਤ ਵਾਲੇ ਇਸ ਤਰ੍ਹਾਂ ਪਚ ਪਚ ਕੇ ਮਰ ਜਾਂਦੇ। ਦੇਖੋ ਗੁਰੂ ਮਹਾਰਾਜ ਦਾ
ਸਾਨੂੰ ਸਮਝਾਉਣ ਤੇ ਪ੍ਰੇਰਨ ਦਾ ਤਰੀਕਾ ਹੈ। ਭਾਈ ਇੱਕ ਦੀ ਸੇਵਾ ਕਰੋ, ਇੱਕ ਦਾ ਸਿਮਰਨ ਕਰੋ, ਇੱਕ ਦੇ ਰਸਤੇ ਤੁਰੋ, ਤੁਹਾਡਾ ਜੀਵਨ ਸਫਲ ਹੋ ਜਾਏਗਾ। ਤੇ ਜਿਹੜੇ ਇੱਕ ਨੂੰ ਛੱਡ ਕੇ ਹੋਰ ਪਾਸੇ ਭਟਕਦੇ ਰਹਿਣਗੇ, ਉਹਨਾਂ ਦੀ ਇਹ ਅਣਜਾਣਤਾ ਉਹਨਾਂ ਨੂੰ ਸਦਾ ਹੀ ਦੁਖੀ ਕਰੇਗੀ। ਮਹਿਲਾ ਪੰਜਵਾਂ। ਜੋ ਤੁਰ ਲਿਖਿਆ ਲੇਖ ਪ੍ਰਭ। ਹੁਣ ਦੇਖੋ ਇਸ ਪੰਕਤੀ ਦੇ ਅੰਦਰ ਧੁਰ ਅਤੇ ਪ੍ਰਭ। ਜੋ ਧੁਰ ਲਿਖਿਆ ਲੇਖ ਪ੍ਰਭ, ਮੇਟਣਾ ਨਾ ਜਾਏ। ਧੁਰ ਤੋਂ ਜੋ ਪਰਮਾਤਮਾ ਨੇ ਕਿਸੇ ਦੇ ਮੱਥੇ ਤੇ ਲੇਖ ਲਿਖੇ, ਭਾਵ ਉਸ ਤੇ ਕੀਤੇ ਹੋਏ ਪੂਰਬਲੇ ਕਰਮਾਂ ਅਨੁਸਾਰ ਜੋ ਲੇਖ ਲਿਖ ਦਿੱਤਾ, ਉਹਨੂੰ ਕੋਈ ਸੰਸਾਰ ਦੀ ਤਾਕਤ ਮੇਟ ਨਹੀਂ ਸਕਦੀ। ਲੇਖ ਨਾ ਮਿਟਈ ਹੈ ਸਖੀ, ਜੋ ਲਿਖਿਆ ਕਰਤਾਰ। ਜੋ ਧੁਰ ਲਿਖਿਆ ਲੇਖ ਪ੍ਰਭ, ਮੇਟਣਾ ਨਾ ਜਾਏ। ਰਾਮ ਨਾਮ ਤਨ ਵਖਰੋ, ਨਾਨਕ ਸਦਾ ਤੇ ਆਏ। ਤਾਂ ਤੇ ਨਾਨਕ ਜੀ ਫਰਮਾਉਂਦੇ ਨੇ, ਹੇ ਪਿਆਰਿਓ, ਰਾਮ ਦੇ ਨਾਮ ਦਾ ਜੋ ਧਨ ਹੈ, ਜਿਹੜਾ ਵਖਰ ਸੌਦਾ ਲੈਣ ਲਈ ਤੁਸੀਂ ਆਏ ਹੋ, ਉਸ ਨੂੰ ਸਦਾ ਸੰਗ੍ਰਹਿ ਕਰਨਾ। ਪਰ ਹੁੰਦਾ ਕੀ ਹੈ? ਕਾਚਾ ਧਨ ਸੰਚੈ ਮੂਰਖ ਗਾਵਾਰ, ਮਨਮੁਖ ਭੂਲੇ ਅੰਧ ਗੁਵਾਰ। ਬਿਖਿਆ ਕੈ ਧਨ ਸਦਾ ਦੁਖ ਹੋਏ, ਨਾ ਸਾਥ ਜਾਏ ਨਾ ਪ੍ਰਾਪਤ ਹੋਏ। ਸਾਚਾ ਧਨ ਗੁਰਮਤੀ ਪਾਏ, ਕਾਚਾ ਧਨ ਭੁਨਿਆ ਵਹਿ ਜਾਏ। ਜੋ ਧੁਰ ਲਿਖਿਆ ਲੇਖ ਪ੍ਰਭ, ਮੇਟਣਾ ਨਾ ਜਾਏ। ਪਰਮਾਤਮਾ ਤੇ ਉਹੀ ਲੇਖ ਲਿਖਦਾ ਜਿਹੋ ਜਿਹੇ ਅਸੀਂ ਕਰਮ ਕੀਤੇ। ਗੁਰੂ ਅਰਜਨ ਦੇਵ ਪਾਤਸ਼ਾਹ ਫਰਮਾਉਂਦੇ ਨੇ, ਕਿਰਤ ਕਰਮ ਕਰ ਵੀ ਛੋੜੇ, ਕਰ ਕਿਰਪਾ ਮੇਲੋ ਰਾਮ। ਚਾਰ ਕੁੰਡ ਦਾ ਦਿਸ ਭ੍ਰਮੇ, ਥਕ ਆਏ ਪ੍ਰਭ ਕੀ ਸਾਮ। ਕਿਉਂਕਿ ਭਾਦੇ ਹੋਏ ਪਰਮ ਪੁਰਾਣੀਆਂ, ਦੂਜੈ ਲੱਗਾ ਹੇਤ। ਲੱਖ ਸਿੰਗਾਰ ਬਣਾਇਆ, ਕਾਰਜ ਨਾਹੀ ਕੇਤ। ਜਿਤ ਦਿਨ ਦੇ ਬਿਨ ਸੱਸੀ, ਤਿਤ ਵੇਲੇ ਕੈਸਨ ਪ੍ਰੇਤ। ਪਕੜ ਚਲਾਇਨ ਦੂਤ ਜਮ, ਕਿਸੇ ਨ ਦੇਨੀ ਭੇਤ। ਛੱਡ ਖੜੋ ਤੇ ਖਿਨੈ ਮਾਏ, ਜਿਨ ਤਿਉ ਲੱਗਾ ਹੇਤ। ਹੱਥ ਮਰੋੜੇ ਤਨ ਕਪੇ, ਸਿਆਉ ਹੋਆ ਸੇਤ। ਜੇ ਹਾ ਬੀਜੈ ਸੋ ਲੁਣੈ, ਕਰਮਾ ਸੰਦੜਾ ਖੇਤ। ਇਹ ਸਰੀਰ ਜਿਹੜਾ ਖੇਤ ਹੈ, ਇਹਦੇ ਵਿੱਚ ਜਿਹੋ ਜਿਹੇ ਕਿਸੇ ਨੇ ਕਰਮ ਬੀਜੇ ਹਨ, ਉਹੋ ਜਿਹੇ ਉਗਣ। ਇਸ ਲਈ ਸਤਿਗੁਰੂ ਕਹਿੰਦੇ ਨੇ, ਭਾਈ ਕਦੇ ਪਰਮਾਤਮਾ ਨੂੰ, ਗੁਰੂ ਨੂੰ ਦੋਸ਼ ਨਾ ਦਿਓ। ਦੱਦਾ ਦੋਸ਼ ਨ ਦੇਉ ਕਿਸੈ, ਦੋਸ਼ ਕਰਮ ਆਪਣਿਆ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨ ਦੀਜੈ ਅਵਰ ਜਨਾ। ਜੋ ਧੁਰ ਲਿਖਿਆ ਲੇਖ ਪ੍ਰਭ, ਮੇਟਣਾ ਨਾ ਜਾਏ। ਰਾਮ ਨਾਮ ਧਨ ਵਖਰੋ, ਨਾਨਕ ਸਦਾ ਤੇ ਆਏ। ਆਖਿਆ ਹੈ ਪ੍ਰਾਣੀਓ, ਨਾਨਕ ਜੀ ਫਰਮਾਉਂਦੇ ਹਨ, ਉਸ ਸਦਾ ਰਹਿਣ ਵਾਲੇ, ਸਦਾ ਰਹਿਣ ਸੰਗੀ ਜੋ ਪਰਮਾਤਮਾ ਦਾ ਨਾਮ ਹੈ, ਉਸ ਸੌਦੇ ਨੂੰ ਵਿਹਜ ਨਾ ਕਰੋ। ਸੱਚ ਵਾਪਾਰ ਕਰੋ ਵਾਪਾਰੀ, ਦਰਗਾਹ ਨਿਵਹਿ ਖੇਪ ਤੁਮਾਰੀ। ਏਕਾ ਟੇਕ ਰੱਖੋ ਮਨ ਮਾਹੇ, ਨਾਨਕ ਬਹੁਰ ਨ ਆਵੈ ਜਾਏ। ਗੱਲ ਕੀ ਗੁਰਬਾਣੀ ਸਾਨੂੰ ਇਹ ਸਮਝਾਉਂਦੀ ਹੈ ਕਿ ਜਿਸ ਤਰ੍ਹਾਂ ਬੀਜ ਬੀਜਣ ਵੇਲੇ ਜ਼ਿਮੀਂਦਾਰ ਇਹ ਨਿਰਣਾ ਕਰਦਾ ਕਿ ਮੈਂ ਕਿਹੜਾ ਬੀਜ ਬੀਜਣਾ, ਕਿਹੜੇ ਖੇਤ ਵਿੱਚ ਕਿਹੜਾ ਉੱਗੇਗਾ। ਸੱਚਮੁੱਚ ਇਸੇ ਤਰ੍ਹਾਂ ਪਰਮਾਤਮਾ ਨੇ ਸਾਨੂੰ ਵਿਵੇਕ ਬੁੱਧੀ ਦਿੱਤੀ ਹੈ, ਇਹਦੀ ਵਰਤੋਂ ਕਰੋ ਤੇ ਉਸ ਵਰਤੋਂ ਕਰਕੇ ਉਹ ਬੀਜ ਬੀਜੋ ਜਿਹੜਾ ਤੁਹਾਡੇ ਨਾਲ ਚੱਲੇ।
राम नाम धन वखरो, नानक सदा ध्याए। पौड़ी महला पंजवा। नारायण लया न ठूंगड़ा, पैर किथे रखे। साध संगत, ये अखर ना ठूंगड़ा शायद सारे गुरु ग्रंथ साहिब विच एक अध वारी आया। जदों दास नूं गुरु ने प्रेरणा की थी, भाई पाठ ते कर दिओ, समझ के करया करो, तो उस दिन तो हर अखर नूं समझण दी भुख पैदा हुई। जदों मैं गौड़ी राग दी सवार विच पहुंचिया ते ये पौड़ी पढ़ी, मन विच ख्याल आया कि न ठुंगड़ा दा की अर्थ। अपने नगर विच रहण वाले जिहड़े वड्डी उम्र दे ज्ञानवान ज्ञानी सन, उन्हां कोल गया। उन्हां वल्लों कोई तसल्ली बख्श उत्तर नहीं मिले। मन नूं बड़ी ठेस लगी। जे एडी एडी वड्डी उम्र दे बजुर्ग जिहड़े ज्ञानी भी अखवाउंदे ने ते गुरु ग्रंथ साहिब दे एक अखर दे अर्थ नहीं दसे, मन विच प्रेरणा हुई। दासरे दे कोल भाई कान सिंह जी नाभा दा लिखिया होया महान कोश मौजूद सी, पर पता नहीं सी भी इहदे विच की है, क्योंकि भाई साहब दी पोती भगवंत हरि जी दी सपुत्री बीबा नरिंदर कौर शाहबाद विच विआही हुई सी। साध संपूर्ण सिंह दर्जा अवल मजिस्ट्रेट सन। जदों भाषा विभाग ने महान कोश छापिया ਤਾਂ ਉਹਨਾਂ ਨੇ ਪਰਿਵਾਰ ਨੂੰ 5 ਕਾਪੀਆਂ ਦਿੱਤੀਆਂ। ਉਹਨਾਂ ਵਿੱਚੋਂ ਇੱਕ ਕਾਪੀ ਸਰਦਾਰ ਸੰਪੂਰਨ ਸਿੰਘ ਜੀ ਅਤੇ ਬੀਬਾ ਨਰਿੰਦਰ ਕੌਰ ਮੈਨੂੰ ਦੇ ਗਏ। ਕਹਿਣ ਲੱਗੇ ਤੁਸੀਂ ਇਸ ਨੂੰ ਪੜ੍ਹੋ। ਮੈਨੂੰ ਪ੍ਰੇਰਨਾ ਹੋਈ, ਮੈਂ ਮਹਾਨ ਕੋਸ਼ ਕੱਢ ਕੇ ਪੜ੍ਹਿਆ। ਜਦੋਂ ਮੈਂ ਉਸ ਅੱਖਰ ਤੱਕ ਪਹੁੰਚਿਆ, ਮੈਨੂੰ ਬਹੁਤ ਵੱਡੀ ਪ੍ਰਾਪਤੀ ਹੋਈ। ਇਸ ਨਾਲ ਠੁੰਗੜਾ ਅੱਖਰ ਦੇ ਅਰਥ ਲਿਖੇ ਸਨ। ਇਹ ਸਿੰਧੀ ਬੋਲੀ ਦਾ ਸ਼ਬਦ ਹੈ। ਇਹਦਾ ਅਰਥ ਹੈ ਗਡੀਰੜਾ, 3 ਪਹੀਆਂ ਵਾਲਾ ਉਹ ਰੇੜਾ ਜਿਹੜਾ ਛੋਟੇ ਬੱਚੇ ਨੂੰ ਤੁਰਨਾ ਸਿਖਾਉਣ ਲਈ ਦਿੱਤਾ ਜਾਂਦਾ। ਫਿਰ ਇਹਦਾ ਇੱਥੇ ਕੀ ਮਤਲਬ ਹੈ? ਇੱਥੇ ਦਾ ਅਰਥ ਹੈ ਗਿਆਨ ਰੂਪੀ ਗਡੀਰੜਾ। ਨਾਰਾਇਣ ਦੇ ਨਾਣੇ ਨੂੰ ਸਿਆਰੀ ਹੈ। ਆਮ ਤੌਰ 'ਤੇ ਨਾਰਾਇਣ ਜਿੱਥੇ ਵੀ ਆਏਗਾ ਨਾਣੇ ਨੂੰ ਔਂਕੜ ਆਏਗਾ, ਪਰ ਇਹ ਸਿਆਰੀ ਨੇ ਵੀ ਬੜੀ ਦਿਲਚਸਪੀ ਪੈਦਾ ਕੀਤੀ। ਸਿਆਰੀ ਲੱਗਣ ਨਾਲ ਕੀ ਹੋ ਗਿਆ? ਨਾਰਾਇਣ ਨੇ ਜਿਸ ਪ੍ਰਾਣੀ ਕੋਲੋਂ ਗਿਆਨ ਰੂਪੀ ਗਡੀਰੜਾ ਖੋਹ ਲਿਆ ਹੋਵੇ, ਨਾਰਾਇਣ ਲਿਆ ਨਾ ਠੁੰਗੜਾ, ਪੈਰ ਕਿੱਥੇ ਰੱਖੇ। ਜਿਵੇਂ ਜਿਸ ਬੱਚੇ ਨੂੰ ਤੁਰਨਾ ਨਹੀਂ ਆਉਂਦਾ, ਉਹਦੇ ਕੋਲੋਂ ਕੋਈ ਗਡੀਰੜਾ ਖੋਹ ਲਵੇ ਤੇ ਬੱਚਾ ਧੜਮ ਕਰਕੇ ਡਿੱਗ ਪਏਗਾ। ਇਸੇ ਤਰ੍ਹਾਂ ਜਿਸ ਪ੍ਰਾਣੀ ਕੋਲੋਂ ਨਾਰਾਇਣ ਨੇ ਗਿਆਨ ਰੂਪੀ ਗਡੀਰੜਾ ਖੋਹ ਲਿਆ ਹੋਵੇ, ਉਹਦਾ ਪੈਰ ਚੰਗੇ ਪਾਸੇ ਨਹੀਂ ਤੁਰ ਸਕਦਾ। ਦੇਖੋ ਕਿਤਨੀ ਗੂੜੀ ਗੱਲ ਹੈ। ਇਹ ਸਿੰਧੀ ਬੋਲੀ ਦਾ ਸ਼ਬਦ ਹੈ। ਹੁਣ ਇਹਦੇ ਅਰਥ ਸਮਝੇ ਤੋਂ ਬਿਨਾਂ ਸਾਰੀ ਪੌੜੀ ਦੇ ਅਰਥ ਸਮਝਣੇ ਹੀ ਮੁਸ਼ਕਲ ਨੇ, ਤੇ ਜੇ ਇਹਨੂੰ ਸਮਝ ਲਿਆ ਜਾਏ ਤੇ ਸਾਰੀ ਪੌੜੀ ਦੇ ਅਰਥ ਸਮਝ ਆ ਜਾਣ। ਨਾਰਾਇਣ ਲਿਆ ਨਾ ਠੁੰਗੜਾ, ਜਿਸ ਪ੍ਰਾਣੀ ਕੋਲੋਂ ਨਾਰਾਇਣ ਨੇ ਗਿਆਨ ਰੂਪੀ ਗਡੀਰੜਾ ਖੋਹ ਲਿਆ ਹੋਵੇ, ਪੈਰ ਕਿੱਥੇ ਰੱਖੇ, ਉਹਦਾ ਪੈਰ ਫਿਰ ਚੰਗੇ ਪਾਸੇ ਨਹੀਂ ਤੁਰਿਆ ਜਾਂਦਾ। ਫਿਰ ਕੀ ਹੁੰਦਾ? ਕਰਦਾ ਪਾਪ ਅਮਿੱਤਿਆ, ਨਿਤ ਵਿਸੋ ਚੱਖੈ। ਉਹ ਫਿਰ ਇੰਨੇ ਪਾਪ ਕਰਦਾ ਹੈ। ਅਮਿੱਤਿਆ, ਅਮਿੱਤਿਆ ਦਾ ਮਤਲਬ ਹੈ ਮਿਣਤੀ ਗਿਣਤੀ ਤੋਂ ਬਾਹਰ। ਜਦੋਂ ਉਹਦਾ ਰਸਤਾ ਹੀ ਗਲਤ ਹੋ ਗਿਆ, ਜਦੋਂ ਅਸਲ ਰਸਤੇ ਤੋਂ ਹੀ ਉਖੜ ਗਏ, ਫਿਰ ਨਿਤ ਵਿਸੋ ਚੱਖੈ, ਉਹ ਨਿਤਾ ਪ੍ਰਤੀ ਨਿੰਦਾ ਰੂਪੀ ਜ਼ਹਿਰ ਚੱਖਦਾ ਹੈ ਤਥਾ ਵਿਕਾਰਾਂ ਵਿੱਚ ਪੈ ਜਾਂਦਾ। ਨਿੰਦਾ ਕਰਦਾ ਪਚ ਮੁਆ,
विच देही पखै, वो दिने रात फिर दूजिया की निंदा करता और इसे विच ही पच मोआ खजल होके आत्मक मोते मर जाता। विच देही पखै, ਉਹਦੀ ਆਦਤ ਬਣ ਜਾਂਦੀ ਹੈ ਦੂਜਿਆਂ ਨੂੰ ਢੂੰਡ ਢੂੰਡ ਕੇ ਉਹਨਾਂ ਦੀਆਂ ਗਲਤੀਆਂ ਲੱਭਣੀਆਂ, ਉਹਨਾਂ ਦੀ ਨਿੰਦਿਆ ਕਰਨੀ। ਇਸ ਤਰ੍ਹਾਂ ਉਹ ਆਪਣੀ ਦੇਹੀ ਦੇ ਅੰਦਰ ਨਿੰਦਾ ਰੂਪੀ ਭੋਜਨ, ਵਿਕਾਰਾਂ ਰੂਪੀ ਭੋਜਨ ਖਾਂਦਾ। ਸੱਚਾ ਸਾਹਿਬ ਮਾਰਿਆ ਕੌਣ ਤਿਸਨੂੰ ਰੱਖੈ। ਹੁਣ ਦੇਖੋ ਸੱਚੇ ਦੇ ਚੱਚੇ ਨੂੰ ਦੋ ਲਾਵਾਂਗੇ ਔਰ ਸਾਹਿਬ ਦੇ ਬੱਬੇ ਨੂੰ ਸਿਆਰੀ ਹੈ, ਜਿਹਦਾ ਮਤਲਬ ਹੈ ਜਿਸ ਨੂੰ ਸੱਚੇ ਸਾਹਿਬ ਨੇ ਮਾਰ ਦਿੱਤਾ, ਭਾਵ ਜਿਹਦੇ ਉੱਤੇ ਪਰਮਾਤਮਾ ਦੀ ਕਰੋਪੀ ਹੋ ਗਈ। ਕੌਣ ਤਿਸਨੂੰ ਰੱਖੈ, ਉਹਦੀ ਕੌਣ ਰਖਵਾਲੀ ਕਰ ਸਕਦਾ, ਉਹਨੂੰ ਕੌਣ ਬਚਾ ਸਕਦਾ। ਤਾਂ ਤੇ ਗੁਰਦੇਵ ਕਹਿੰਦੇ ਨੇ ਆਓ ਭਾਈ ਨਾਨਕ ਤਿਸ ਸ਼ਰਨਾਗਤੀ ਜੋ ਪੁਰਖਿਆ ਲਖੈ। ਨਾਨਕ ਜੀ ਫਰਮਾਉਂਦੇ ਨੇ ਆਓ ਉਸ ਪਰਮਾਤਮਾ ਦੀ ਸ਼ਰਨ ਵਿੱਚ ਆਈ। ਸ਼ਰਨਾਗਤੀ ਦਾ ਮਤਲਬ ਉਹਦੀ ਸ਼ਰਨ ਵਿੱਚੋਂ, ਬਸ ਜਿਹੜਾ ਉਹਦੀ ਸ਼ਰਨ ਵਿੱਚ ਆ ਜਾਏਗਾ ਉਹ ਪਰਮਾਤਮਾ ਉਸ ਨੂੰ ਬਚਾ ਲੈ। ਕਿਹੜਾ ਪਰਮਾਤਮਾ? ਜੋ ਪੁਰਖ ਅਲੱਖ ਹੈ, ਜੋ ਪਸਾਰਿਆਂ ਵਿੱਚ ਵਿਆਪਕ ਹੈ ਔਰ ਅਲੱਖ ਹੈ, ਨਾ ਲਖਿਆ ਜਾਣ ਵਾਲਾ। ਕਿਉਂਕਿ ਮਹਾਰਾਜ ਕਹਿੰਦੇ ਨੇ ਜਿਸ ਦੇ ਸਿਰ ਤੇ ਉਹਦਾ ਹੱਥ ਹੋਵੇਗਾ, ਜਿਹੜਾ ਉਹਦੀ ਸ਼ਰਨ ਵਿੱਚ ਆ ਜਾਏਗਾ। ਜਿਵੇਂ ਮਿਸਾਲ ਦੇ ਕੇ ਗੁਰੂ ਨਾਨਕ ਪਾਤਸ਼ਾਹ ਨੇ ਫਰਮਾਇਆ, ਆਖਿਆ ਦੋਏ ਪੁੜ ਚੱਕੀ ਜੋੜ ਕੇ ਪੀਸਣ ਆਏ ਬਹਿਠ, ਜੋ ਦਰ ਰਹੇ ਸੋ ਭਰੇ ਨਾਨਕ ਅਜਬ ਡਿੱਠ। ਜਿਵੇਂ ਚੱਕੀ ਦੇ ਦੋ ਪੁੜ ਹੁੰਦੇ ਨੇ, ਉਹ ਕਿਹੜੇ ਕੰਮ ਆਉਂਦੀ? ਦਾਣਿਆਂ ਨੂੰ ਪੀਣ ਵਾਸਤੇ, ਆਟਾ ਤਿਆਰ ਕਰਨੇ। ਤੋ ਜਿਤਨੇ ਦਾਣੇ ਪੁੜਾਂ ਦੀ ਮਾਰ ਵਿੱਚ ਆਉਂਦੇ ਨੇ ਸਭ ਪੀਸੇ ਜਾਂਦੇ, ਪਰ ਜਿਹੜੇ ਦਾਣੇ ਕਿੱਲੀ ਨਾਲ ਲੱਗ ਜਾਂਦੇ ਨੇ ਉਹ ਪੁੜਾਂ ਦੀ ਮਾਰ ਤੋਂ ਬਚ ਜਾਂਦੇ। ਗੁਰੂ ਪਾਤਸ਼ਾਹ ਕਹਿੰਦੇ ਪਿਆਰਿਓ ਐਸੇ ਪਰਮਾਤਮਾ ਦੀ ਸ਼ਰਨ ਵਿੱਚ ਆ ਜਾਓ। ਨਾਨਕ ਤਿਸ ਸ਼ਰਨਾਗਤੀ ਜੋ ਪੁਰਖ ਅਲੱਖ ਹੈ, ਜੋ ਪਰਮਾਤਮਾ ਅਲੱਖ ਹੈ, ਆਓ ਉਹਦੀ ਸ਼ਰਨ ਵਿੱਚ ਪਈ। ਉਸ ਅਕਾਲ ਪੁਰਖ ਦੀ ਸ਼ਰਨ ਵਿੱਚ ਪੈ ਜਾਓ। ਉਹ ਅਲੱਖ, ਉਹ ਸਮਰੱਥ ਪਰਮਾਤਮਾ ਤੁਹਾਨੂੰ ਮੈਨੂੰ ਪੁੜਾਂ ਦੀ ਮਾਰ ਤੋਂ ਬਚਾ ਲਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।